ਵਾਹਿਗੁਰੂ 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 ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਧਰਨ ਸੁਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਬੁਠਾ ਸਭੇ ਕਾਜ ਸੁਹਿਲੜੇ ਥੀਏ ਗੁਰ ਨਾਨਕ ਸਤਿਗੁਰ ਤੁਠਾ ਵਾਹਿਗੁਰੂ ਸਾਹਿਬ ਜੀਓ ਸੂਹੀ ਮਹਲਾ ਪੰਜਵਾਂ ਜਬ ਕਛ ਨਾ ਸਿਓ ਤਬ ਕਿਆ ਕਰਤਾ ਕਬਨੋ ਕਰਮ ਕਰ ਆਇਆ ਜਬ ਕਛ ਨਾ ਸਿਓ ਤਬ ਕਿਆ ਕਰਤਾ ਕਵਨ ਕਰਮ ਕਰ ਆਇਆ ਆਪਣਾ ਖੇਲ ਆਪ ਕਰ ਦੇਖੈ ਠਾਕੁਰ ਰਚਨਾ ਰਚਾਇਆ ਮੇਰੇ ਰਾਮ ਮੁਝ ਤੇ ਕਛੂ ਨਾ ਹੋਈ ਆਪੇ ਕਰਤਾ ਆਪ ਕਰਾਏ ਸਰਬ ਨਿਰੰਤਰ ਸੋਈ ਰਹਾਉ ਗਣਤੀ ਗਣੀ ਨਾ ਛੂਟੈ ਕਤਹੁ ਕਾਚੀ ਦੇ ਆਣੀ ਕਿਰਪਾ ਕਰਹੁ ਪ੍ਰਭ ਕਰਨਹਾਰੀ ਤੇਰੀ ਬਖਸ਼ੋ ਨਰਾਲੀ ਜੀ ਜੰਤ ਸਭ ਤੇਰੇ ਕੀਤੇ ਕਟ ਕਟ ਤੂੰ ਹੀ ਧਿਆਈਐ ਤੇਰੀ ਗਤ ਮਿਤ ਤੂੰ ਹੈ ਜਾਣੀ
कुदरत कीम ना पाइयै। निर्गुण मुग्ध अजान अज्ञानी, कर्म धर्म नहीं जाना। दया करो नानक गुण गावे, मिठा लगे तेरा भाना। दया करो नानक गुण गावे, मिठा लगे तेरा भाना। शब्द गुरु साहिब श्री गुरु ग्रंथ साहिब महाराज सच्चे पातशाह जी की पावन पवित्र हजूरी विच जुड़ मिल बैठे गुरु प्यारिओ, आप सारे ही अति सत्कारयोग धनता दे योग हो, जो साहिबा दी पावन हजूरी विच अपनी जिंदगी दियां कुछ अमोल घड़ियां सरवण करन दे लई पहुँचते हों। वाहिगुरू किरपा करे साडे जीवन विच गुरबाणी साडी जिंदगी दा अंग बन जावे, एक हिस्सा बन जावे। मालक बख्शिश करे, उहदी बख्शिश दे सदका ही असीं गुरबाणी नूं अपनी जिंदगी दा अंग मन सकदे हां। सो आओ, जो आपां शब्द गायन कीता है, इसे ही शब्द दी विचार आरंभ करिए। मेरा मालक कृपा करे शब्द दी विचार शुरू करन तो पहला आपस विच गुरफतेह दी सांझ पाइए। सारी ही संगत ने प्रेम भावना सत्कार सहित फतेह अर्ज करनी। इक्के बार कहण ते बोलना। जी आखिओ वाहिगुरू जी का खालसा, वाहिगुरू जी की फतेह। पंजवें पातशाह धन गुरु अर्जन देव महाराज, उन्हां दी पावन बाणी राग सूही दे विचों आपां जो बड़े लंबे समय तो लड़ी तहत गुरु के पावन शब्द पड़ा दर पड़ा सुनते आ रहे हाँ। अज सानू सूही राग दे विचों समा मिलियागा शब्द दी विचार करन दा। शब्द दे बोल ने सूही महला पंजवा। जब किछ ना सीओ, पातशाह जिथे जिक्र करते ने कदे जदों जगत है ही नहीं सी, तब क्या करता। तब भाव उस टाइम ते तू की करदा सी। कवन कर्म कर आया, वो केड़ा कर्म है जिहड़े कर्म करके तू इस जगत विच होंद विच आ गया। अपना खेल आप कर देखै, ठाकुर रचन रचाया। फिर गुरु साहब जी जिक्र करते ने, कहते वो वाहिगुरू परमात्मा ने फिर अपनी मस्ती दे विच, अपनी मौज दे विच, अपनी रजा भाने हुक्म दे विच जीव दी घाड़त कड़ी आ। अगे जाके गल खुलेगी भी साडे ते वो किहड़े कर्म दा प्रैशर है, दाब है, बख्शिश हुई है जिस कर्म करके असीं दुनिया विच आए। इत्थे मेरे मालक ने
ਸਾਨੂੰ ਸਮਝਾ ਦਿੱਤਾ। ਪਾਤਸ਼ਾਹ ਜੀ ਕਹਿੰਦੇ ਉਹ ਵਾਹਿਗੁਰੂ ਨੇ ਆਪਣੀ ਮੌਜ ਦੇ ਵਿੱਚ ਜੀਵ ਦੀ ਘਾੜਤ ਕੱਢੀ ਹੈ। ਰਚਨ ਰਚਾਇਆ, ਪੂਰੀ ਰਚਨਾ। ਇਸ ਰਚਨਾ ਦੇ ਵਿੱਚ ਜਿੰਨੇ ਵੀ ਜੀਵ ਨੇ, ਮੇਰੇ ਰਾਮ ਇਹ ਰਹਾਉ ਦਾ ਬੰਦ ਹੈ। ਮੇਰੇ ਰਾਮ ਰਾਏ ਮੁਝ ਤੇ ਕਛੂ ਨਾ ਹੋਈ। ਹੁਣ ਰਹਾਉ ਦੇ ਬੰਦ ਵਿੱਚ ਪਾਤਸ਼ਾਹ ਨੇ ਗੱਲ ਨੂੰ ਥੋੜਾ ਜਿਹਾ ਸਾਡੇ ਲਈ ਇਉਂ ਕਹਿ ਲੋ ਬਖਸ਼ਿਸ਼ ਕੀਤੀ ਆ, ਸਮਝਾਇਆਗਾ। ਆਪੇ ਕਰਤਾ ਆਪ ਕਰਾਏ। ਆਪੇ ਕਰਤਾ, ਉਹ ਆਪ ਹੀ ਪਰਮਾਤਮਾ ਸਭ ਕੁਝ ਕਰਨ ਵਾਲਾ ਹੈ। ਆਪੇ ਕਰਤਾ ਆਪ ਕਰਾਈ। ਸਰਬ ਨਿਰੰਤਰ ਸੋਈ। ਫਿਰ ਗੁਰੂ ਸਾਹਿਬ ਜੀ ਰਹਾਉ ਦੇ ਬੰਦ ਵਿੱਚ ਜ਼ਿਕਰ ਕਰਦੇ ਨੇ, ਕਹਿੰਦੇ ਸਰਬ ਨਿਰੰਤਰ, ਸਭ ਕੁਝ ਬਣਾ ਕੇ ਉਹ ਸਾਰਿਆਂ ਦੇ ਅੰਦਰ ਇੱਕ ਰਸ, ਜਿਹਨੂੰ ਆਪਾਂ ਲਗਾਤਾਰ ਵੀ ਕਹਿ ਦਿੰਦੇ ਹਾਂ, ਸਭਨਾਂ ਦੇ ਅੰਦਰ ਇੱਕ ਰਸ ਉਹ ਵਾਹਿਗੁਰੂ ਪਰਮਾਤਮਾ ਆਪ ਵਿਆਪਕ ਹੈ, ਬੈਠ ਗਿਆ। ਪਰ ਇਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਚਨਾ ਦਾ ਅੰਤ ਨਹੀਂ ਹੈ, ਕਿਉਂਕਿ ਉਹ ਪਰਮਾਤਮਾ ਆਪ ਵੀ ਬੇਅੰਤ ਹੈ ਤੇ ਉਹ ਪਰਮਾਤਮਾ ਦੀ ਰਚਨਾ ਵੀ ਬੇਅੰਤ ਹੈ। ਉਹ ਵਾਹਿਗੁਰੂ ਜੀ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ ਤੇ ਉਹ ਮਾਲਕ ਜੀ ਦੀ ਰਚਨਾ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਹੁਣ ਅੱਜ ਦਾ ਇਹ ਪਾਤਸ਼ਾਹ ਜੀ ਨੇ ਸ਼ਬਦ ਜੋ ਸਾਡੀ ਝੋਲੀ ਵਿੱਚ ਪਾਇਆ, ਇਹਦੇ ਵਿੱਚ ਜ਼ਿਕਰ ਕੀਤਾ ਵੀ ਅਸੀਂ ਜਿੰਨੇ ਵੀ ਜੀਵ ਹਾਂ, ਕਦੇ ਸੋਚ ਕੇ ਵੇਖੀਏ ਕਿਹੜੇ ਕਰਮ ਕਰਕੇ ਅਸੀਂ ਹੋਂਦ ਵਿੱਚ ਆਏ ਹਾਂ। ਉਹ ਕਿਹੜਾ ਕਰਮ ਹੈ ਜਿਹੜੇ ਕਰਮ ਕਰਕੇ ਅਸੀਂ ਹੋਂਦ ਵਿੱਚ ਆਏ ਹਾਂ। ਫਿਰ ਗੁਰੂ ਸਾਹਿਬ ਨੇ ਉੱਤਰ ਕੀ ਦਿੱਤਾ, ਕਹਿੰਦੇ ਉਹ ਮਾਲਕ ਦੀ ਮਿਹਰ, ਬਸ ਕਿਰਪਾ। ਉਹ ਬਖਸ਼ਿਸ਼ ਕੀਤੀ ਹੈ ਦਾਤੇ ਨੇ, ਉਹਦੀ ਬਖਸ਼ਿਸ਼ ਦੇ ਸਦਕਾ ਅਸੀਂ ਆਏ ਆ। ਨਹੀਂ ਤਾਂ ਮੁੱਚ ਮੁੱਚ ਗਰਭਕੀਨ ਤੋਂ ਬੱਚਿਆਂ ਦਾ ਜ਼ਿਕਰ ਕੀਤਾ। ਸਾਡੇ ਵਰਗੇ ਅਨੇਕਾਂ ਹੀ ਮਾਤਾ ਦੇ ਗਰਭ ਵਿੱਚ ਖਰਗੇ, ਅਨੇਕਾਂ ਹੀ ਜੀਵ ਜਿਨ੍ਹਾਂ ਦੀ ਗਿਣਤੀ ਅਣਗਿਣਤ ਹੈ। ਪਾਤਸ਼ਾਹ ਜੀ ਕਹਿੰਦੇ ਉਹ ਗਲ ਗਏ, ਖਤਮ ਹੋ ਗਏ, ਗਰਗ। ਇਵੇਂ ਜਿਵੇਂ ਸਾਡੇ ਤੇ ਉਹ ਦਾਤੇ ਨੇ ਮਿਹਰ ਕੀਤੀ, ਬਖਸ਼ਿਸ਼ ਕੀਤੀ, ਅਸੀਂ ਇਸ ਧਰਤੀ ਤੇ ਹੋਂਦ ਵਿੱਚ ਆ ਵੜੇ। ਥੋੜਾ ਜਿਹਾ ਸੌਖਾ ਸਮਝ ਲਓ, ਉਦਾਹਰਨ ਮੰਨ ਲਓ ਵੀ ਇੱਕ ਕੋਈ ਬਹੁਤ ਵੱਡਾ ਨਾ ਅਨਾਜ ਦਾ ਬੋਹਲ ਲੱਗਿਆ ਹੋਇਆ ਹੈਗਾ, ਢੇਰ ਲੱਗਿਆ ਹੋਇਆ। ਹੁਣ ਆਪਾਂ ਨੂੰ ਪੱਕਾ ਪਤਾ ਵੀ ਜਿਹੜਾ ਅਨਾਜ ਦਾ ਢੇਰ ਲੱਗਿਆ ਨਾ, ਇਹ ਸਾਰੇ ਦਾ ਸਾਰਾ ਢੇਰ ਜੀਵ ਦੇ ਖਾਣ ਲਈ ਵਰਤਿਆ ਜਾਣਾਗਾ। ਜਿੰਨੇ ਦਾਣੇ ਨੇ ਸਾਰੇ ਜੀਵ ਦੇ ਖਾਣ ਲਈ ਵਰਤੇ ਜਾਣੇ ਨੇ। ਇਹ ਸਾਰੇ ਦਾਣੇ ਕਿਸੇ ਨਾ ਕਿਸੇ ਰੂਪ ਵਿੱਚ ਜਾ ਕੇ ਮੱਚਣਗੇ। ਪਹਿਲਾਂ ਉਹ ਆਟਾ ਬਣਨਗੇ, ਭਾਵ ਦੋ ਪੁੜਾਂ ਦੇ ਸੰਨ 'ਚ ਰਗੜੇ ਜਾਣਗੇ, ਤੇ ਫਿਰ ਕਿਤੇ ਜਾ ਕੇ ਉਹ ਆਪਣੇ ਆਪ ਨੂੰ ਤਪਾਉਂਦੇ ਨੇ। ਹੋਰ ਕਾਫੀ ਕਾਰਵਾਈ ਹੁੰਦੀ ਆ ਜਿਹਦੇ ਵਿੱਚ ਭੋਜਨ ਤਿਆਰ ਹੋ ਕੇ ਜੀਵ ਤੱਕ ਪਹੁੰਚ ਜਾਂਦਾ ਹੈ। ਸਾਰੇ ਦਾਣਿਆਂ ਨੂੰ ਵੀ ਇਹ ਪਤਾ ਤੇ ਜੀਵ ਖਾਣ ਵਾਲੇ ਨੂੰ ਵੀ ਇਹ ਪਤਾ ਗਾ। ਹੁਣ ਉਹਦੇ ਵਿੱਚੋਂ ਵੇਖਣਾ ਕੀ ਆਪਾਂ, ਪਰ ਇੱਕ ਕਿਸਾਨ ਆਇਆ, ਇੱਕ ਖੇਤੀ ਕਰਨ ਵਾਲਾ ਵੀਰ ਆਇਆ, ਉਹਨੇ ਉਹਨਾਂ ਹੀ ਦਾਣਿਆਂ ਦੇ ਵਿੱਚੋਂ ਕੁਝ ਦਾਣਿਆਂ ਨੂੰ ਆਪਣੀ ਜ਼ਮੀਨ ਦੇ ਵਿੱਚ ਦੁਬਾਰਾ ਬੀਜਣਾ। ਤੇ ਹੁਣ ਹੁੰਦਾ ਕੀ ਆ, ਉਹਨੇ ਚੁੱਪ ਕਰਕੇ ਆਇਆ, ਉਹਨੇ ਕਿਸੇ ਵੀ ਦਾਣੇ ਤੇ ਸਪੈਸ਼ਲ ਤੌਰ ਤੇ ਨਿਗਾਹ ਨਹੀਂ ਪਾਈ ਵੀ ਕੱਲਾ ਕੱਲਾ ਦਾਣਾ ਢੇਰ ਦੇ ਵਿੱਚ ਉਹਨੇ ਚੁੱਕ ਕੇ ਵੇਖਿਆ ਵੀ ਆਹ ਰੱਖ ਲੈਨੇ ਆ, ਨਹੀਂ ਇਹ ਨਹੀਂ ਫਿੱਟ, ਆਹ ਰੱਖ ਲੈਨੇ ਆ, ਨਹੀਂ ਇਹ ਨਹੀਂ ਫਿੱਟ, ਆਹ ਰੱਖ ਲੈਨੇ ਆ। ਇਦਾਂ ਦੀ ਉਹ ਕਿਸਾਨ ਨੇ ਆ ਕੇ ਵਿਚਾਰ ਨਹੀਂ ਕੀਤੀ। ਉਹ ਆਇਆ, ਉਹਨੇ ਆਪਣੇ ਵੱਲੋਂ ਜੋ ਵੀ ਭਾਂਡਾ ਬਰਤਨ ਉਹਦੇ ਕੋਲੇ ਸੀ, ਕੋਈ ਥੈਲਾ ਬੋਰਾ ਸੀ, ਉਹਨੇ ਉਹ ਢੇਰ ਦੇ ਨਾਲ ਲਾਇਆ, ਚੁੱਪ ਕਰਕੇ ਬਸ ਭਰਨਾ ਸ਼ੁਰੂ ਕਰ ਦਿੱਤਾ। ਉਸ ਜਿੰਨੇ ਦਾਣੇ ਥੈਲੇ ਵਿੱਚ ਬਰਤਨ ਵਿੱਚ ਪਾਏ, ਉਹਨਾਂ ਨੂੰ ਲਿਜਾ ਕੇ ਦੁਬਾਰਾ ਜ਼ਮੀਨ
ਜ਼ਮੀਨ ਦੇ ਵਿੱਚ ਬੀਜ ਦਿੱਤਾ। ਹੁਣ ਦੇਖੋ ਉਹਨਾਂ ਦਾਣਿਆਂ ਤੇ ਕਿਸਾਨ ਨੇ ਸਪੈਸ਼ਲ ਕੋਈ ਆਪਣੀ ਨਿਗਾਹ ਨਹੀਂ ਮਾਰੀ। ਗੱਲ ਆ ਵੇਖਣੀ ਆ, ਸਪੈਸ਼ਲ ਉਹਨਾਂ ਦਾ ਕੋਈ ਕਰਮ ਨਹੀਂ ਵੇਖਿਆ। ਢੇਰ ਬੜਾ ਵੱਡਾ ਲੱਗਿਆ ਹੋਇਆ ਸੀ, ਉਸ ਢੇਰ ਦੇ ਵਿੱਚੋਂ ਬਸ ਜਿਹੜੇ ਦਾਣੇ ਥੈਲੇ ਵਿੱਚ ਆ ਗਏ, ਬਰਤਨ ਵਿੱਚ ਆ ਗਏ, ਉਹ ਦੁਬਾਰਾ ਹੋਂਦ ਵਿੱਚ ਕਹਿ ਲਓ ਆ ਗਏ, ਉਹ ਦੁਬਾਰਾ ਬੀਜਣ ਦੇ ਕੰਮ ਆ ਗਏ। ਉਹ ਪੱਥਰਾਂ ਦੀ ਮਾਰ ਤੋਂ ਬਚ ਗਏ, ਉਹ ਪਾਣੀ ਦੀ ਮਾਰ ਤੋਂ ਬਚ ਗਏ, ਉਹ ਮੱਚਣ ਤੋਂ ਬਚ ਗਏ ਨਾ। ਉਹ ਕੋਈ ਵੀ ਰੇਤੇ ਦਾ, ਮਿੱਟੀ ਦਾ ਰੂਪ ਨਹੀਂ ਧਾਰਨ ਕੀਤਾ। ਭਾਵ ਉਹ ਆਪਣੇ ਆਪ ਵਿੱਚ ਖੁਸ਼ੀ ਮਹਿਸੂਸ ਕਰਦੇ ਨੇ ਕਿਹੜੇ ਦਾਣੇ ਜਿਨ੍ਹਾਂ ਨੂੰ ਬੀਜਣ ਦੇ ਲਈ ਧਰਤੀ ਵਿੱਚ ਬੋਇਆ ਗਿਆ। ਬਸ ਇਹੀ ਹੀ ਕਹਾਣੀ ਗੁਰੂ ਸਾਹਿਬ ਜੀ ਕਹਿੰਦੇ ਮਨੁੱਖ ਦੀ ਹੈ, ਜੀਵ ਦੀ ਇਹੀ ਕਹਾਣੀ ਹੈ ਸੇਮ। ਹੁਣ ਜਿੰਨੇ ਅਸੀਂ ਮੰਨ ਲਓ ਵੀ ਆਪਾਂ ਇੱਕ ਪਰਿਵਾਰ ਦੇ ਮੈਂਬਰ ਹਾਂ, ਕਦੇ ਗੌਰ ਕਰਕੇ ਵੇਖੀਏ ਵੀ ਜਿਵੇਂ ਅਸੀਂ ਪਰਿਵਾਰ ਦੇ ਮੈਂਬਰ ਹਾਂ, ਵੀ ਜਿੰਨੇ ਅਸੀਂ ਮੈਂਬਰ ਹਾਂ, ਵੀ ਕੀ ਅਸੀਂ ਇੱਕ ਦੂਜੇ ਦੀ ਰਾਏ ਨਾਲ ਆਏ ਇਸ ਘਰ ਦੇ ਵਿੱਚ? ਨਹੀਂ। ਕਦੇ ਇੱਕ ਦੂਜੇ ਨੂੰ ਪੁੱਛ ਕੇ ਵੇਖੀਏ, ਆਪਣੀ ਮਾਤਾ ਨੂੰ, ਦਾਦੀ ਨੂੰ ਪੁੱਛੀਏ ਵੀ ਅਸੀਂ ਤੁਹਾਡੀ ਰਾਏ ਦੇ ਨਾਲ ਆਏ ਇਸ ਘਰ ਵਿੱਚ? ਉਹ ਕਵੇਗੀ ਨਹੀਂ। ਤੁਸੀਂ ਸਾਡੇ ਤੇ ਕੋਈ ਸਪੈਸ਼ਲ ਮਿਹਰ ਕੀਤੀ ਆ? ਉਹ ਕਹਿੰਦੀ ਨਹੀਂ। ਕਿਉਂ ਨਹੀਂ ਕੀਤੀ? ਕਿਉਂਕਿ ਤਾਂ ਅਕਾਲ ਪੁਰਖ ਦੀ ਖੇਡ ਹੈ। ਬਸ ਉਹ ਪਰਮਾਤਮਾ ਨੇ ਸਾਡੇ ਇੱਕ ਪਰਿਵਾਰ ਦਾ ਨਮੂਨਾ ਬਣਾ ਦਿੱਤਾ, ਪਰਿਵਾਰ ਦਾ ਇੱਕ ਨਮੂਨਾ ਬਣਾਤਾ। ਇੱਕ ਦਾਦੀ ਦਾਦਾ ਇੱਕ ਪਰਿਵਾਰ ਦਾ ਮੋਢਾ ਮੂਲ ਆ, ਤੇ ਉਹਦੇ ਵਿੱਚੋਂ ਕਿੰਨੀਆਂ ਸੰਖਾਂ ਫੁੱਟਾਈਆਂ, ਪੋਤੇ ਪੋਤੀਆਂ, ਦੋਤੇ ਦੋਤੀਆਂ ਦੇ ਰੂਪ ਵਿੱਚ ਕਿੰਨੇ ਅਸੀਂ ਪਰਿਵਾਰ ਦੇ ਮੈਂਬਰ ਇੱਕ ਦੂਜੇ ਨਾਲ ਅਟੈਚ ਹੋ ਗਏ। ਬਸ ਉੱਥੇ ਵੇਖਣਾ ਕੀ ਆ ਵੀ ਪਰਮਾਤਮਾ ਨੇ ਆਪਣੀ ਕਿਰਪਾ ਸਦਕਾ ਸਾਨੂੰ ਇਸ ਧਰਤੀ ਤੇ ਘੱਲਿਆ, ਤੇ ਉਹ ਵਾਹਿਗੁਰੂ ਪਰਮਾਤਮਾ ਨੇ ਕੋਈ ਸਪੈਸ਼ਲ ਤੌਰ ਤੇ ਸਾਡੇ ਕਰਮ ਨਹੀਂ ਵੇਖੇ ਵੀ ਤੇਰਾ ਕਰਮ ਕੀ ਹੈ। ਉਸ ਟਾਈਮ ਤੇ ਜਦੋਂ ਸਾਡਾ ਸਰੀਰਕ ਨਕਸ਼ਾ ਕੋਈ ਨਹੀਂ ਸੀ, ਉਦੋਂ ਸਾਡਾ ਕੋਈ ਕਰਮ ਨਹੀਂ ਵੇਖਿਆ। ਬਸ ਉਦੋਂ ਕੀ ਕੀਤਾ? ਉਹ ਵਾਹਿਗੁਰੂ ਨੇ ਆਪਣੀ ਮਿਹਰ ਕੀਤੀ ਹੈ। ਫਿਰ ਉੱਥੇ ਆਪਾਂ ਕਹਿੰਦੇ ਕੁਦਰਤ ਕੀਮ ਨਾ ਜਾਣੀਐ। ਫਿਰ ਇੱਥੇ ਆ ਕੇ ਕਹਿਣਾ ਸਾਡਾ ਜੋਗ ਬਣਦਾ ਵੀ ਅਸੀਂ ਕੁਦਰਤ ਦਾ ਅੰਤ ਨਹੀਂ ਪਾ ਸਕਦੇ। ਕੁਦਰਤ ਕੀਮ ਨਾ ਜਾਣੀਏ, ਵੱਡਾ ਬੇਪਰਵਾਹ ਉਹ ਪਰਮਾਤਮਾ ਬੇਪਰਵਾਹ ਹੈ। ਉਹ ਬੇਪਰਵਾਹ ਵਾਹਿਗੁਰੂ ਜੀ ਨੇ ਸਾਡੇ ਤੇ ਮਿਹਰ ਕੀਤੀ, ਉਹਦੀ ਮਿਹਰ ਸਦਕਾ ਅਸੀਂ ਇਸ ਧਰਤੀ ਤੇ ਹੀ ਆਏ ਹਾਂ। ਕੋਈ ਸਾਡੇ ਤੇ ਸਪੈਸ਼ਲ ਕਰਮਾਂ ਦੀ ਚੋਣ ਨਹੀਂ ਹੋਏਗੀ। ਤਾਈਓ ਇੱਥੇ ਗੁਰੂ ਸਾਹਿਬ ਨੇ ਕਿਹਾਗਾ ਜਬ ਕਛ ਨਾ ਸੀਓ। ਜਬ ਕਛ ਤੋਂ ਭਾਵ ਜਦੋਂ ਕੁਛ ਵੀ ਨਹੀਂ ਸੀ। ਜਦੋਂ ਗੁਰੂ ਸਾਹਿਬ ਕਹਿੰਦੇ ਤੂੰ ਖੁਦ ਵੀ ਕਿਸੇ ਰੂਪ ਵਿੱਚ ਨਹੀਂ ਸੀ। ਹੁਣ ਮੰਨ ਲਓ ਜਿੰਨੀ ਸਾਡੀ ਉਮਰ ਆ, ਆਪਾਂ ਸਾਰੇ ਆਪਣੀ ਉਮਰ ਵੱਲ ਤੱਕ ਕੇ ਵੇਖੀਏ, ਕੋਈ 40, ਕੋਈ 50, ਕੋਈ 60 ਸਾਲ ਦਾ, ਜਿੰਨੇ ਵੀ ਹਾਂ ਵੀ 60 ਸਾਲ ਤੋਂ ਪਹਿਲਾਂ, 50 ਸਾਲ ਤੋਂ ਪਹਿਲਾਂ ਅਸੀਂ ਸੀ ਇੱਥੇ? ਨਹੀਂ। ਸਾਡੀ ਉਸ ਟਾਈਮ ਤੇ ਮਾਂ ਸੀ, ਤੇ ਆਪਣੀ ਮਾਂ ਨੂੰ ਕੁਝ ਆਪਣੀ ਸੁਰਤ ਵਿੱਚੋਂ ਹੀ ਪੁੱਛ ਗਏ, ਤੇ ਨਹੀਂ ਸਾਡੇ ਤੇ ਕੋਈ ਸਪੈਸ਼ਲ ਬਸ ਇਸ ਤਰ੍ਹਾਂ ਦੀ ਕਿਰਪਾ ਉਹ ਵਾਹਿਗੁਰੂ ਦੀ ਹੈ। ਸਪੈਸ਼ਲ ਕਰਮਾਂ ਦੀ ਕੋਈ ਗੱਲ ਨਹੀਂ ਹੈ ਸਾਡੇ ਤੇ। ਵਾਹਿਗੁਰੂ ਜੀ ਕਹਿੰਦੇ ਜਬ ਕਿਛ ਨਾ ਸੀਓ ਤਬ ਕਿਆ ਕਰਤਾ। ਉਦੋਂ ਤੂੰ ਕੀ ਕਰਦਾ ਸੀ, ਕਿੱਥੇ ਸੀ? ਜਿਵੇਂ ਆਪਾਂ ਸੁਖਮਨੀ ਸਾਹਿਬ ਚੋਂ ਪੜ੍ਹਦੇ ਆ ਨਾ, ਪਿਤਾ ਕਾ ਜਨਮ ਕਿਆ ਜਾਣੈ ਪੂਤ। ਪਿਤਾ ਦਾ ਜਨਮ, ਪਿਤਾ ਦੀ ਜਨਮ ਅਵਸਥਾ ਵੇਲੇ ਪੁੱਤਰ ਕੀ ਜਾਣਦਾ ਵੀ ਮੇਰੇ ਬਾਪੂ ਦਾ ਕਿਹੋ ਜਿਹਾ ਸੁਭਾਅ ਸੀ, ਕਿਵੇਂ ਜਨਮ ਹੋਇਆ, ਕੀ ਗੱਲ ਆ, ਕੀ ਬਾਤ ਆ। ਨਹੀਂ, ਪਿਤਾ ਦੇ ਜਨਮ ਬਾਰੇ ਬੱਚਾ ਕੁਝ ਨਹੀਂ ਜਾਣ ਸਕਦਾ। ਇਵੇਂ ਜਿਵੇਂ ਉਹ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਖੇਡ ਬਣਾਈ ਹੈ, ਉਹ ਖੇਡ ਦੇ ਅਧੀਨ ਗੁਰੂ ਸਾਹਿਬ ਜੀ ਕਹਿੰਦੇ ਤਬ ਕਿਆ ਕਰਤਾ ਕਬਨ ਕਰਮ ਕਰ ਆਇਆ। ਇੱਥੇ ਕਿਹੜਾ ਕਰਮ ਹੈ ਜਿਹੜੇ ਕਰਮ ਕਰਕੇ ਤੂੰ ਆਇਆ ਹਾਂ? ਕੁਝ ਆਪਾਂ ਸੁਣ ਲਿਆ ਵੀ ਉਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ, ਤੇ ਅਗਲੇ ਬੰਦ ਵਿੱਚ ਗੁਰੂ ਸਾਹਿਬ ਨੇ ਦੱਸਿਆ ਵੀ ਇਵੇਂ ਆ ਆਪਣਾ ਖੇਲ ਆਪ ਕਰ ਦੇਖੈ। ਉਹ ਤਾਂ ਇੱਕ ਖੇਡ ਖੇਡ ਰਿਹਾਗਾ, ਉਹਦੀ ਖੇਡ ਖੇਡਦਿਆਂ ਬਸ ਸਾਡੇ ਤੇ ਬਖਸ਼ਿਸ਼ ਹੋ ਗਈ। ਖੇਡ ਖੇਡਦਿਆਂ ਸਾਡੇ ਤੇ ਬਖਸ਼ਿਸ਼ ਹੋ ਗਈ। ਆਪਣਾ ਖੇਲ ਆਪ ਕਰ ਦੇਖੈ ਠਾਕੁਰ। ਇੱਥੇ ਰਾਰੇ ਨੂੰ ਹੁਸ਼ਿਆਰੀ ਆ, ਕੱਕੇ ਪੈਰ ਵਿੱਚ ਔਂਕੜ। ਠਾਕੁਰ ਰਚਨ ਰਚਾਇਆ। ਠਾਕੁਰ ਨੇ, ਪਰਮਾਤਮਾ ਨੇ ਆਪਣੇ ਵੱਲੋਂ ਰਚਨਾ ਰਚ ਦਿੱਤੀ ਹੈ।
ਉਹ ਰਚਨਾ ਦਾ ਹਿੱਸਾ ਅਸੀਂ ਵੀ ਹਾਂ। ਅਸੀਂ ਜਿਸ ਰੂਪ ਦੇ ਵਿੱਚ ਹਾਂ, ਅਸੀਂ ਵੀ ਉਹ ਪਰਮਾਤਮਾ ਦੀ ਰਚਨਾ ਦਾ, ਉਹ ਦਾਤੇ ਦੀ ਖੇਡ ਦਾ, ਉਹ ਦਾਤੇ ਦੀ ਗੇਮ ਦਾ ਇੱਕ ਹਿੱਸਾ ਹਾਂ ਅਸੀਂ ਵੀ। ਮੇਰੇ ਰਾਮ ਰਾਏ ਮੁਝ ਤੇ ਕਛੂ ਨਾ ਹੋਈ। हे मेरे राम राय जी, मैं इस गल नूं पकड़ नहीं सकदा, मेरी तुच्छ बुद्धि की समझ सकती है। मैं तेरे अंदर दे गुझे भेद वो कदे अपनी तुच्छ बुद्धि मुताबक समझ नहीं सकांगा। ताइयों वाणी विच एक थां नहीं, अनेकां थावां ते लिखिया वो परमात्मा बेअंत है। इदां दा लफज आपां किते भी नहीं पढ़ांगे जिथे लिखिया होया भी वाहिगुरू परमात्मा दा अंत पै गया, भी ਉਹਨੂੰ ਲੱਭ ਲਿਆ, ਉਹਦਾ ਬਸ ਆਖਰੀ ਬੰਨਾ ਜਿਹੜਾ ਲਾਸਟ ਬੰਨਾ ਸੀ ਨਾ ਉਹ ਪਕੜ ਲਿਆ। ਨਹੀਂ, ਉਹ ਤਾਂ ਧਰਤੀ ਹੋਰ ਪਰੈ ਹੋਰ ਜਿੱਥੇ ਗੱਲ ਇਦਾਂ ਦੀ ਕੀਤੀ ਹੈ ਨਾ, ਤਾਂ ਉੱਥੇ ਗੁਰੂ ਸਾਹਿਬ ਜੀ ਨੇ ਵੀ ਕਿਹਾ ਵੀ ਜੇ ਉਹ ਪਰਮਾਤਮਾ ਦੀ ਰਚਨਾ ਪਰੇ ਤੋਂ ਪਰੇ ਹੈ ਤਾਂ ਉਹ ਪਰਮਾਤਮਾ ਦਾ ਅੰਤ ਕੋਈ ਨਹੀਂ ਹੈ। ਉਹ ਵੀ ਬੇਅੰਤ ਹੈ ਤੇ ਉਹਦੀ ਰਚਨਾ ਵੀ ਬੇਅੰਤ ਹੈ। ਹੁਣ ਵਾਲੀ ਦੂਰ ਨਾ ਜਾਵੋ, ਸਰੀਰ ਕਿੱਥੋਂ ਆਇਆ ਸੋਚੀ ਚੱਲੋ। जीव आत्मा शरीर च किवें बनी सोची चलो। जिद्दे शरीर छड्ड गए ये मच जूगा, सामने मच गया, सुआह बन गई, उड़ गई, ते जीव आत्मा भौर किधर वग गया कोई पता नहीं गा। फिर गुरु साहब जी कहते सोची चल, बस इदा जो तू सोचेगा ऐटोमैटिक तेरे अंदरों, मतलब साडे अंदरों वो वाहिगुरू परमात्मा दे परथाए शुकराने दे बोल निकलणगे। बाओ दातिया कहो जी खेड़ तै रचाई है। ये खेड़ दे विच रह किसी दी नहीं लैती उन्हें, बस गल ये आ। इस गेम दे विच उन्हें किसी दी भी रह नहीं लैती। एक थोड़ी जी गल होर समझो, आपां बाणी विच बड़े वारी सुनिया समझियागा भी परमात्मा दा सुभाअ, गुरु दा सुभाअ बच्चे वर्गा गा। बच्चे वर्गा क्यों आ? क्योंकि बच्चा न्याणी उम्र दे बच्चा ना, वो किसी खेड खेडन लग्या ना सियाणियां दी रह नहीं लैंदा। किसी वारों दूरों नेड़ों ना वड्डे नूं, किसी इंजीनियर नूं इदां नहीं बुलाउंदा गा। भाव उन्हें अपनी भावना मुताबक, अपने अंदर दे ख्याल मुताबक बस खेड खेडनी शुरू कर दी। जदों चित चाहिया उन्हें खेड तोड़ती। वो गेम खेडदा खेडदा वो सारा कुछ तोड़ दिंदा, भज जांदा। ओनू खेड खेडण तो पहलां भी खुशी सी भी मैं गेम खेडनी आ, गेम नूं छड्ड के गया, गेम तोड़ गया, खिलौना तोड़ गया, उदों भी खुशी चाहो। वो दोवें अवस्थावां दे विच खुश है। इवें जिवें वो परमात्मा चाहे मनुखता मर रही है ते चाहे मनुखता दा जन्म हो रहा जीवां दा, वो खुश है, उन्होंने कोई परवाह नहीं। वो तो बेपरवाह ना, बड़ा बेपरवाह, वो तो बहुत वड्डे जिगरे वाला जिहड़ा बेपरवाह गा। बस साडा इत्थे जन्म, इत्थे होंद विच आउण दा कारण की है? पातशाह ने फिर पावन बाणी विच जिक्र भी कीता ना। पातशाह जी कहंदे ने पूर्व कर्म अंकुर जब प्रगटे, पूर्व कर्म अंकुर जब प्रगटे भेट्यो पुरख रसक बैरागी। पहला जन्म बच कीते, भाव किहड़े? वो इत्थे पातशाह ने आप अपने अंदर ख्याल बना लेने भी कोई चंगा कर्म कीता सी जी, उहदे मुताबक असीं इस धरती ते आ वड़े। पर गुरु साहब जी कहंदे नहीं, उत्थों दे चंगे कर्म दी गल नहीं, इत्थे पूर्व कर्म, पूर्व लाओ तेरा किहड़ा कर्म है, वो शरीर तो पहलां दे कर्म दी कोई जिही गल नहीं है। पातशाह जी कहंदे इत्थे तां आ शरीर विच रहिंदियां होइयां पूर्वला कर्म, रोज रोज जो समा बीत रहा यही पूर्वला कर्म। अज अपने अंदर नीयत माड़ी लेके चल रहा, कल नूं उहदा फल भी माड़ा ही मिलना है, पूर्वला कर्म। अज तू अपनी जिंदगी विच सफल जिंदगी जिउं रहा, गुरु नाल जुड़ के, सच नाल जुड़ के, भले नाल जुड़ के जिंदगी जिउं रहा, आउण वाला वक्त भी भला ही होवेगा। तो फिर पातशाह जी कहते करना की है? पातशाह जी कहते फिर तैं इक्को ही कर्म करना गा ते अपने जीवन वल तकदा रह ते वाहिगुरू परमात्मा दा शुकराना करता रह। इत्थे गुरु साहब जी जिक्र करते ने, मेरे राम राए मुझ ते कछू ना होई, आपे करता आप कराए, सर्व निरंतर सोई रहाओ। हे वाहिगुरू जी तू आप ही सब कुछ करन कराउण वाला है, आप ही पूरी रचना नूं रच के ते सारियां दे विच आप ही समा गया, विच बैठ गया तू। क्यों? क्योंकि परमात्मा दा सुभाग आ। दुनिया दे विच कोई भी वस्तु वल निगाह मार लो, जो भी कुछ किसी भी कंपनी वालों, किसी वीर वालों कुछ बनाया गया, उन्हें बना तां दिता,
पर वो विच नहीं बहिंदा। उदाहरण मान लो भी किसी मिस्त्री ने मकान बना दिता, पर वो मकान दे विच नहीं रहिंदा, मकान बना के छड्ड गया। वो ना वो विच शरीर करके रवे ते ना वो विच सुरत करके रवे। उन्हें मकान बनाया, चला गया। किसी वीर ने मान लो भी कपड़े सिउंते, पर जिहदे वास्ते सिलाई कीते आ ना, ਉਹੀ ही वो कपड़िਆਂ ਨੂੰ ਹੰਡਾਵੇਗਾ, ਉਹੀ ही वो कपड़िਆਂ ਵਿੱਚ अपना तन पावेगा, पर जिन्हें सिलाई कीते है ना वो कपड़िਆਂ ਵਿੱਚ नहीं जावेगा। बस इदां दी जिन्नियां मर्जी उदाहरण लो, किसी ने फर्नीचर तैयार किया, फर्नीचर तैयार किया, घर दे विच चला गया, दूर नेड़े चला गया, पर वो फर्नीचर दे विच आके नहीं बहिंदा गा। जो अपने घर दे विच मेज कुर्सियां बैड पए है ना, उन्हां दे विच नहीं आके वड़दा ओह ना। उहने बनाया, तोरता साडे तक पहुंच गया। कोई भी इदां दी उदाहरण आपां ला लो, कुछ भी ला लो, भाव मनुख ने बना बहुत कुछ दिता, पर बनाउण तो बाद मनुख बनी हुई चीज़ दे विच नहीं वड़दा गा। पर यह रब्बी निजम है, परमात्मा ने जो भी कुछ बनाया बस गल खत्म आ। उन्हें जो भी कुछ बनाया ਉਹਦੇ ਵਿੱਚ ਕੀੜੀ ਤੋਂ ਹਾਥੀ ਤੱਕ ਵੱਡੇ ਛੋਟੇ ਜੀਵ ਆਉਂਦੇ ਨੇ, ਵਨਸਪਤੀ ਆਉਂਦੀ ਆ, ਅੰਡਜ ਜੇਰਜ ਸੇਤਜ ਉਤਪੁਜ, ਚਾਰੇ ਖਾਣਾ ਦੇ ਵਿੱਚੋਂ ਪੈਦਾ ਹੋਣ ਵਾਲੇ ਜੀਵ ਨੇ, ਉਹਨੇ ਬਣਾ ਦਿੱਤੇ। पर कमाल उहदी ये आ भी जिस भी जीव नूं, जिस भी नमूने नूं वो परमात्मा ने तैयार कीता, वो उहदे विच वड़ के बैठ गया। जे परमात्मा ने ना पानी बनाया, साचे ते पवना पया ते सच जाणियो पानी विचों आप खुद प्रवेश हो गया। वो मालक दा एक निजम अपना ही। पर बंदे ने बहुत कुछ बनाया, बड़ा ही कुछ बनाया, सब कुछ इउं मान लो जो बनया वेख रहे हैं, इउं ही कह लो, बस आपां गल खत्म करिए भी सब कुछ बंदे ने बनाया। पर बंदा बनाउण तो बाद किसी चीज़ दे विच प्रवेश नहीं हुंदा। पर एक वाहिगुरू परमात्मा गा जिहड़ा कुछ भी बनावे ते वो उस चीज़ दे विच प्रवेश हो जांदा, उहदे विच अपना टिकाणा बना लैंदा। इह जग सच्चे की है, कोठड़ी सच्चे का विच वास। हर मंदिर ये शरीर है, हरि दा मंदिर ये शरीर बन गया। जिन्ने भी तन, जिन्ने भी शरीर ने, सारे वो हरि दे मंदिर ने, सारिਆਂ ਨੂੰ बना के विच वो आप बैठ गया। सब में जोत, जोत है सोए। दरख्त ने गे, पौधे ने, फसल है, फसल दे भी विच बैठा वो, कमाल आउदी। इत्थे गुरु साहब जी कहंदे फिर आपे करता आप कराए सर्व निरंतर सोई। निरंतर एक रस, वो वाहिगुरू एक रस व्यापक है ते सारिਆਂ ਦੇ ਵਿੱਚ एक रस लगातार चल रहा है। सर्व निरंतर सोई रहा। अगे जो गल आपां कर रहे सी भी साडा जीवन होंद विच किवें आया, बस इनू आपां समझ लिया भी बख्शिश है, परमात्मा दी किरपा है, वो दाते दी किरपा सदका साडा आपसी मेल मिलाप होयागा। आपां गुरु की पावन बाणी विचों बहुत वारी पढ़िया सुनियागा, मात पिता बनता सुत बंधप। मात पिता वनता सुत वंदप, इष्ट मीत अर भाई। फिर इत्थे अगे पासे कहते ने पूर्व जन्म के मिले हैं संजोगी अंते को ना सहाई। उत्थे आपां जिक्र कीता ना पूर्व जन्म के, उत्थे भी जिक्र पूर्वले कर्मां दा कीता गा। पर इत्थे पूर्वले कर्म की ने, जो साडा शरीर नाल जुड़िया हुआ सिस्टम आ वो रोज़ रोज़ बतीत हो रहा है। यही ही आउण वाले वर्तमान ते भविख काल दे विच की बन जांदा, पूर्वला कर्म बन जांदा। पर जिहड़ी पिछे तो गल करदे आ वो बख्शिश है परमात्मा दी। ਉਹਦੇ ਪਰਥਾਏ ਆਪਾਂ ਕਿਸੇ कर्म ਨੂੰ स्पैशल नहीं चुन सकते कि भी आ कर्म करके बस वो कर्म किहड़ा है पूर्वला रब्बी बख्शिश। रब्बी बख्शिश नूं असीं पूर्वला कर्म कह सकते हैं। बाकी जो इत्थे जिवें असीं वरताओ कर रहे हैं वो वरताओ के हिसाब नाल साडी जिंदगी है जिहड़ी वो बतीत हो रही है। चंगा कर रहे हैं चंगा होवेगा, माड़ा कर रहे हैं माड़ा होवेगा। चंगा सोचांगे चंगा होवेगा, माड़ा सोचांगे माड़ा होवेगा। फिर गुरु साहब जी कहते ने मात पिता वनता सुत वंदप इष्ट मीत अर भाई। ये सारा कुछ वो वाहिगुरू दी बख्शिश है, वो दाते दी बख्शिश है। बख्शिश दे सदका ही तैनू सारा कुछ मिलिया।
पर एक गल जिहड़ी मेन इत्थे कही आ वो ये कही आ, पातशाह जी कहंदे ਜਿਹੜੇ ਤੈਨੂੰ ਇਹ ਸੰਜੋਗ ਕਰਕੇ ਕਿਰਪਾ ਕਰਕੇ ਦਾਤੇ ਦੀ ਬਖਸ਼ਿਸ਼ ਕਰਕੇ ਨਾਤਾ ਜੁੜਿਆ ਨਾ, ਪਰ ਇਹ ਨਾਤੇ ਵਿੱਚੋਂ ਤੇਰੀ ਜੀਵ ਆਤਮਾ ਨਾਲ ਨਿਭਣ ਵਾਲਾ ਕੁਛ ਨਹੀਂ ਹੈ। ਲਿਖਿਆ ਕੀ ਆ, ਅੰਤੇ ਕੋ ਨਾ ਸਹਾਈ, अंत वेले किसी ने भी तेरी जीव आत्मा की मदद नहीं करनी। शरीर की मदद करने वाले बड़े ने पर जीव आत्मा की मदद नहीं होगी। मुकत माल अगे शब्द है, कनक लाल हीरा मन रंजन की माया। बंदा इन्हां विषय विकारां विच उलझ गया, इन्हां विच उलझिया ही इहदे कर्म बनते ने, ते कर्म की ने जिहो जे करांगे उहो जिहा सानूं फल मिल जाएगा। जैसा बीजै सो लुणै, कर्मा संदड़ा खेत। फरीदा लोड़ै दाख वजौरियां, किकर बीजै जट। हंडै उन कताइंदा, बहिंदा लोड़ै पट। जे मतलब आपां कंडे बीजे ने तां कंडे मिलने ने, जे आपां विजौर दीआं दाखां दा बीज बीजिया ते ओह दाखां दे बूटे बनणगे ते दाखां ही लगणगीआं। इस करके गुरु साहब जी कहते भाई साडे ते ओह मालक दी ये बख्शिश हुई है। इस बख्शिश नूं कर्म कह लो, गुरु दी बख्शिश कह लो, किरपा कह लो, जो मर्जी कह लो, रब्बी प्रेम कह लो। चलो प्रेम च ही उन्हें वाहिगुरु ने साडा शरीर बनाता, उन्होंने साडे ते तरस आ गया। वो बड़ा तरसवान भी है ना, तरस पया मेहरा मत होई, वो बहुत बड़ा तरसवान है। भाव वो हर एक जीव ते तरस भी करदा गा। साडे ते तरस होई ते ओ मालक ने अपनी मेहर कीती। तरस पया मेहरा मत होई, फिर हुंदा की आ, सानू सतगुर सज्जन मिलिया। सतगुर सज्जन मिलण दा सानू सुभाग मिल गया। असी बंदे बनाता, सानू बंदे बनाउण तो बाद सच्चा सतगुर कौन है? शब्द, ते शब्द नाल बंदे दा मिलाप है। शब्द नाल मिलाप आना साडा। इस करके गुरु साहब जी कहंदे इउं मान लो भी साडे ते तरस कीता, ते पर साडा एक काम करन दा फर्ज बनदा। ओ काम किहड़ा करनागा? ओ फर्ज की बनदा? साडा फर्ज यही बनदा, जिहने साडे ते तरस कीता ओनू कदे ना भुल्लीए। बस कदे ना भुल्लना ही है, ना भुल्लना बस। सदका असी लेखा जोखा नहीं कर सकते, गिणतियां मिणतियां नहीं कर सकते। गणती गणी ना छूटै कतो, ते ना ही लेखा जोखा करके बख्श नराली, ये तेरी बख्शिश नराली है। जी जंत सब तेरे कीते, घट घट तू ही ध्याई है। सारे जीव जंतु तू ही बनाए ने, ते घट घट तू ही ध्याई है। तेरी किरपा सदका ही हरेक शरीर दे विच रहन वाला जीव तैनू ध्याउंदा, तैनू जपदा है। तेरी गत मित तू है जाना, तेरी गत मित गिणती मिणती बस तू ही जानदा है। कुदरत कीम ना पाई है, असी कुदरत की कीमत नहीं पा सकते। निर्गुण मुग्ध अजान अज्ञानी, असी कौन हाँ? निर्गुणियारे हाँ, मुग्ध मूर्ख हाँ, अनजान हाँ। पर यह गल बंदा कह के राजी नहीं है। आप अपने वाल निगाह मारीए, खुद आप अपनी गल कह के राजी भी असी निर्गुणियारे हाँ, असी मुग्ध मूर्ख हाँ, असी अनजान हाँ, असी अज्ञानी हाँ। नहीं बंदा कहता जी मैं ज्ञानी है, मेरी वर्गा सियाणा कौन हो सकता गा? कर्म धर्म नहीं जाना, ना मैं अपना शुभ कर्म जानिया, ना मैं अपना धर्म जानिया। मेरा धर्म की है, मेरी जिंदगी का मिशन की है।
दया करो नानक गुण गावै। ਉਹ ਵਾਹਿਗੁਰੂ ਸਾਡੇ ਤੇ ਦਇਆ ਕਰੇ, ਮਿਹਰ ਕਰੇ, ਤਾਂ ਹੀ ਅਸੀਂ ਉਸ ਦੇ ਗੁਣ ਗਾ ਸਕਦੇ ਹਾਂ। ਮਿੱਠਾ ਲੱਗੈ ਤੇਰਾ ਭਾਣਾ, ਫਿਰ ਹੀ ਸਾਨੂੰ ਉਹ ਵਾਹਿਗੁਰੂ ਜੀ ਦਾ ਭਾਣਾ ਜਿਹੜਾ ਹੈ ਉਹ ਮਿੱਠਾ ਲੱਗ ਸਕਦਾ ਹੈ। ਭਾਣੇ ਤੋਂ ਭਾਵ ਕੀ ਆ? ਹੁਕਮ। ਤੇ ਉਹ ਵਾਹਿਗੁਰੂ ਦਾ ਹੁਕਮ ਸਾਨੂੰ ਬੜਾ ਮਿੱਠਾ ਲੱਗਦਾ ਵੀ ਜੋ ਤੇਰਾ ਹੁਕਮ ਹੈ ਬਸ ਉਵੇਂ ਮੈਂ ਜ਼ਿੰਦਗੀ ਜਿਉਵਾਂਗਾ। ਫਿਰ ਸਾਡੇ ਜਿੰਨੇ ਵੀ ਸਰੀਰ ਕਰਕੇ ਗੁਰੂ ਹੋਏ ਨੇ, ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸ਼ਮੇਸ਼ ਪਿਤਾ ਤੱਕ, ਸਾਰੇ ਗੁਰੂ ਹੀ ਭਾਣੇ ਵਿੱਚ ਰਹਿਣ ਵਾਲੇ ਨੇ। ਦਸੇ ਗੁਰੂਆਂ ਦੇ ਵਿੱਚੋਂ ਇੱਕ ਵੀ ਸਾਨੂੰ ਅਜਿਹਾ ਸਾਡਾ ਗੁਰੂ ਨਹੀਂ ਲੱਭੇਗਾ ਜਿਹਨੇ ਭਾਣਾ ਨਾ ਮੰਨਿਆ ਹੋਵੇ। ਇਉਂ ਕਹਿ ਲੋ, ਸਾਡੀ ਜ਼ਿੰਦਗੀ ਦੇ ਬਦਲ ਕੇ 10 ਟੀਚਰ ਆਏ ਤੇ 10 ਟੀਚਰਾਂ ਦੀ ਇੱਕੋ ਹੀ ਮੱਤ, ਇੱਕੋ ਹੀ ਰਾਏ ਆ, ਇੱਕੋ ਹੀ ਸੁਭਾਅ, ਇੱਕੋ ਹੀ ਵਿਚਾਰ ਹੈ। ਫਿਰ ਸਾਡਾ ਫਰਜ਼ ਨਹੀਂ ਬਣਦਾ ਵੀ ਅਸੀਂ ਆਪਣੇ ਟੀਚਰਾਂ ਦੇ ਆਖੇ ਨਾ ਲੱਗੀਏ। ਸਾਡਾ ਫਰਜ਼ ਕੀ ਬਣਦਾ ਵੀ ਜੋ ਸਾਡੇ ਟੀਚਰਾਂ ਦਾ ਮਿਸ਼ਨ ਸੀ ਉਸ ਮਿਸ਼ਨ ਨੂੰ ਪੂਰਾ ਕਰਨ ਦਾ ਯਤਨ ਕਰੀਏ। ਉਹਨਾਂ ਦਾ ਮਿਸ਼ਨ ਕੀ ਹੈ? ਵਾਹਿਗੁਰੂ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨੀਏ। ਦੁੱਖ ਹੈ ਤੇ ਬੇਸ਼ੱਕ ਸੁੱਖ ਹੈ। ਤੇ ਉਹ ਵਾਹਿਗੁਰੂ ਜੀ ਨੇ ਸਾਨੂੰ ਜਿਹੜਾ ਸਰੀਰ ਦਿੱਤਾ ਗਾ, ਇਹ ਉਹਦੀ ਆਪਣੀ ਕਿਰਪਾ ਹੈ। ਉਹਦੀ ਕਿਰਪਾ ਸਦਕਾ ਹੀ ਅਸੀਂ ਇਸ ਧਰਤੀ ਤੇ ਆਏ ਹਾਂ। ਸਾਡੇ ਤੇ ਕੋਈ ਸਪੈਸ਼ਲ ਕਰਮ ਦਾ ਪੱਖ ਨਹੀਂ ਹੈ ਵੀ ਅਸੀਂ ਕੋਈ ਸਪੈਸ਼ਲ ਕਰਮ ਕੀਤਾ, ਉਹ ਪੱਖ ਸਾਡੇ ਤੇ ਜੁੜਦਾ ਗਾ ਤੇ ਉਹਦੇ ਕਰਕੇ ਅਸੀਂ ਆਏ ਆ। ਸਾਡੇ ਸਰੀਰ ਵਿੱਚ ਰਹਿਣ ਤੋਂ ਪਹਿਲਾਂ ਕੋਈ ਅਸੀਂ ਸਪੈਸ਼ਲ ਪੁੰਨ ਕੀਤਾ, ਸਪੈਸ਼ਲ ਕੋਈ ਦਾਨ ਕੀਤਾ, ਸਪੈਸ਼ਲ ਕੋਈ ਕਰਮ ਕੀਤਾ ਨਹੀਂ। ਅਸੀਂ ਤਾਂ ਭਾਵ ਹਵਾ ਦੇ ਵਿੱਚ ਮਿਕਸ ਸੀ ਤੇ ਉਹ ਵਾਹਿਗੁਰੂ ਨੇ ਹਵਾ ਦੇ ਵਿੱਚੋਂ ਸਾਨੂੰ ਕੱਢਿਆ ਤੇ ਇੱਕ ਸਰੀਰ ਵਿੱਚ ਪਾ ਦਿੱਤਾ। ਉਹ ਆਪਾਂ ਉਦਾਹਰਨ ਪਹਿਲਾਂ ਲੈ ਲਈ ਸੀ। ਕਣਕ ਦਾ ਬੜਾ ਵੱਡਾ ਢੇਰ ਹੈ। ਜਿਸ ਕਿਸਾਨ ਨੇ ਉਹ ਕਣਕ ਦੇ ਵਿੱਚੋਂ ਬੀਜ ਅੱਗੇ ਬੀਜਣਾ ਨਾ, ਉਹਨੇ ਚੁੱਪ ਕਰਕੇ ਆਪਣਾ ਭਾਂਡਾ ਨਾਲ ਲਾਇਆ, ਥੈਲਾ ਨਾਲ ਲਾਇਆ, ਕਣਕ ਭਰ ਲਈ ਤੇ ਭਰ ਕੇ ਜਾ ਕੇ ਬੀਜਤੀ। ਉਹ ਕਿਸਾਨ ਨੇ ਸਪੈਸ਼ਲ ਦਾਣੇ ਨਹੀਂ ਚੁਣੇ ਵੀ ਆਹ ਦਾਣਾ ਸਪੈਸ਼ਲ ਹੈ, ਆਹ ਦਾਣੇ ਦਾ ਸਪੈਸ਼ਲ ਕਰਮ ਹੈ, ਆਜ ਦਾਣੇ ਤੇ ਮੈਂ ਸਪੈਸ਼ਲ ਆਪਣੀ ਨਿਗਾਹ ਕਰਦਾ ਨਹੀਂ। ਉਹਨੇ ਬਸ ਢੇਰ ਦੇ ਵਿੱਚੋਂ ਨਾਲ ਲਾਇਆ, ਭਾਂਡਾ ਭਰਿਆ ਤੇ ਜਾ ਕੇ ਬੀਜਤੀ। ਜੋ ਰਹਿ ਗਏ ਉਹ ਦਲੇ ਗਏ। ਇਵੇਂ ਜਿਵੇਂ ਸਾਡੇ ਸਰੀਰ ਦੀ ਨਮੂਨਾ ਬਣਤਰ ਹੈ, ਜੋ ਰਹਿ ਗਏ ਉਹ ਖਰ ਗਏ। ਮੁੱਚ ਗਰਭ ਕਿੰਨੀ ਭਾਵ ਮੁੱਚ ਗਏ, ਖਰ ਗਏ, ਖਤਮ ਹੋ ਗਏ। ਕਬੀਰ ਸਾਹਿਬ ਜੀ ਕਹਿੰਦੇ ਕੀਨ ਤੁਮ ਤੂੰ ਕੱਲਾ ਬਚ ਗਿਆ। ਸਾਡੇ ਤੇ ਕਿਰਪਾ ਹੋ ਗਈ। ਬਸ ਇਹ ਕਿਰਪਾ ਰੂਪੀ ਹੀ ਉਹ ਮਾਲਕ ਦਾ ਕਰਮ ਹੈ, ਬਖਸ਼ਿਸ਼ ਹੈ। ਇਸ ਕਰਕੇ ਆਪਾਂ ਜਿਸ ਵਾਹਿਗੁਰੂ ਨੇ ਸਾਡੇ ਤੇ ਏਡੀ ਬਖਸ਼ਿਸ਼ ਕੀਤੀ ਹੈ ਉਹਦਾ ਸ਼ੁਕਰਾਨਾ ਕਰੀਏ, ਉਹਦੇ ਨਾਲ ਜੁੜ ਕੇ ਰਹੀਏ, ਤਾਂ ਹੀ ਸਾਡੀ ਜ਼ਿੰਦਗੀ ਸੋਹਣੀ ਤੇ ਸੁਚੱਜੀ ਹੋ ਸਕਦੀ ਹੈ। ਇੱਥੋਂ ਤੱਕ ਅੱਜ ਦਾ ਸ਼ਬਦ ਸੰਪੂਰਨ ਹੈ। ਬੋਲਦਿਆਂ ਤੋਂ ਅੱਖਰ ਵੱਧ ਘਟ ਰਹਿ ਜਾਂਦਾ ਹੈ। ਗੁਰੂ ਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ ਜੀ। ਸਭ ਦਾ ਧੰਨਵਾਦ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ।